श्री कृष्णा राधे राधे। ਅੱਜ ਮੈਂ ਤੁਹਾਨੂੰ ਮਾਘ ਮਹੱਤਮ ਦਾ 17ਵਾਂ ਅਧਿਆਇ ਸੁਣਾਉਣ ਲੱਗਾ ਹਾਂ। ਬਿਆਸ ਜੀ ਬੋਲੇ, ਤਦ ਦੇਵਤਿਆਂ ਅਤੇ ਰਿਸ਼ੀਆਂ ਨਾਲ ਪੂਜਤ ਹੋਣ ਦੇ ਬਾਅਦ ਇੰਦਰ ਗੰਧਰਵਾਂ ਤੋਂ ਸਤੁਤੀ ਪਾ ਕੇ ਆਪਣੀ ਨਗਰੀ ਅਮਰਾਵਤੀ ਨੂੰ ਗਏ। ਇਸ ਤਰ੍ਹਾਂ ਪ੍ਰਯਾਗ ਵਿੱਚ ਇਸ਼ਨਾਨ ਕਰਨ ਨਾਲ ਇੰਦਰ ਨਿਸ਼ਪਾਪ ਹੋ ਗਿਆ। ਤੁਸੀਂ ਵੀ ਇਹ ਕਲਿਆਣਕਾਰੀ ਦੇਵਤਿਆਂ ਤੋਂ ਸੇਵਾ ਕਰਵਾਏ ਜਾਣ ਵਾਲੇ ਪ੍ਰਯਾਗ ਨੂੰ ਜਾਓ। ਉੱਥੇ ਜਾਣ ਨਾਲ ਪਾਪ ਨਸ਼ਟ ਹੋਣਗੇ ਅਤੇ ਸਵਰਗ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਅਫਸਰਾਂ ਨੇ ਕਿਹਾ। ਇਸ ਤਰ੍ਹਾਂ ਪ੍ਰਣਾਮ ਸਹਿਤ ਉਹਨਾਂ ਦੇ ਸੁਮੰਗਲ ਬਚਨ ਨੂੰ ਸੁਣ ਕੇ ਸਬਰਮ ਵਿੱਚ ਪਈ ਹੋਈ ਮੈਂ ਬ੍ਰਾਹਮਣ ਦੇ ਚਰਨਾਂ ਵਿੱਚ ਪ੍ਰਣਾਮ ਕਰਕੇ ਅਤੇ ਸੰਪੂਰਨ ਬੰਧੂਜਨ ਦਾਸ ਦਾਸੀ ਘਰ ਧਨ ਅਤੇ ਸਾਰੇ ਵਿਸ਼ਿਆਂ ਨੂੰ ਛੱਡ ਅਤੇ ਸਰੀਰ ਨੂੰ ਇੱਕ ਪਲ ਵਿੱਚ ਨਸ਼ਟ ਹੋਣ ਵਾਲਾ ਜਾਣ ਕੇ ਘਰ ਤੋਂ ਨਿਕਲੀ। ਮੈਂ ਮਾਘ ਮਹੀਨੇ ਵਿੱਚ ਗੰਗਾ ਯਮੁਨਾ ਤੇ ਸੰਗਮ ਵਿੱਚ ਜਾ ਕੇ ਇਸ਼ਨਾਨ ਕੀਤਾ। ਹੇ ਵਿਦ ਨਿਸ਼ਾਚਰ, ਉਸ ਇਸ਼ਨਾਨ ਦੇ ਮਹੱਤਵ ਨਾਲ 3 ਦਿਨ ਦੇ ਇਸ਼ਨਾਨ ਨਾਲ ਮੇਰੇ ਪਾਪ ਨਸ਼ਟ ਹੋ ਗਏ ਅਤੇ ਬਾਕੀ 27 ਦਿਨ ਦੇ ਇਸ਼ਨਾਨ ਦੇ ਪੁੰਨ ਨਾਲ ਮੈਂ ਦੇਵਤਾ ਹੋਈ ਅਤੇ ਗਿਰਜਾ ਦੀ ਪਿਆਰੀ ਸਹੇਲੀ ਹੋ ਕੇ ਆਪਣੀ ਜਾਤੀ ਦੀ ਯਾਦ ਰੱਖਦੀ ਹੋਈ ਕੈਲਾਸ਼ ਵਿੱਚ ਰਮਨ ਕਰਦੀ ਹਾਂ। ਹੇ ਕਰੂਰ ਦਵਿਜ, ਪ੍ਰਯਾਗਰਾਜ ਦੇ ਲਈ ਮੈਂ ਸਾਰੇ ਦੇਵਤਿਆਂ ਦੇ ਨਾਲ ਮਾਘ ਮਹੀਨੇ ਵਿੱਚ ਉੱਥੇ ਇਸ਼ਨਾਨ ਕਰਨ ਜਾਂਦੀ ਹਾਂ। ਹੇ ਰਾਖਸ਼, ਤੁਹਾਡੇ ਪੁੱਛਣ ਉੱਤੇ ਉਹ ਸਾਰਾ ਬਿਰਤਾਂਤ ਮੈਂ ਤੁਹਾਨੂੰ ਮਸਤ ਕਰਨ ਦੇ ਲਈ ਕਿਹਾ। ਇਸ ਤਰ੍ਹਾਂ ਤੁਸੀਂ ਵੀ ਮੈਨੂੰ ਮਸਤ ਕਰਨ ਦੇ ਲਈ ਆਪਣਾ ਚਰਿੱਤਰ ਕਹੋ ਕਿ ਕਿਸ ਕਰਮ ਨਾਲ ਤੁਸੀਂ ਕਰੂਪ ਅਤੇ ਭਿਅੰਕਰ ਹੋਏ ਹੋ। ਦਾੜੀ ਮੁੱਛ ਅਤੇ ਵੱਡੇ ਦੰਦ ਵਾਲੇ ਤੁਸੀਂ ਪਰਬਤ ਦੀ ਗੁਫਾ ਵਿੱਚ ਨਿਵਾਸ ਕਰਦੇ ਹੋ। ਰਾਖਸ਼ ਬੋਲਿਆ, ਇੱਛਾ ਦੀ ਪੂਰਤੀ ਕਰਨ ਵਾਲੀ ਛੁਪੀ ਹੋਈ ਗੱਲ ਨੂੰ ਕਹਿਣ ਵਾਲੀ, ਹੇ ਬਾਮਲੋਚਨੇ, ਮੈਂ ਨਿਰਸੰਦੇਹ ਕਹਿੰਦਾ ਹਾਂ ਕਿ ਮੇਰੇ ਕਰੂਰ ਜਨਮ ਦੇ ਭਵਿੱਖ ਦਾ ਉਦਾਰ ਤੇਰੇ ਨਾਲ ਜਲਦ ਹੋਵੇਗਾ। ਇਸ ਲਈ ਜਿਹੜਾ ਪਾਪ ਮੈਂ ਖੁਦ ਕੀਤਾ ਸੀ ਤੇਰੇ ਨਾਲ ਕਹਿੰਦਾ ਹਾਂ। ਹੇ ਸ਼ੁਸ਼ਰੋਣੀ ਸੁਣੋ, ਮੈਂ ਕਾਸ਼ੀ ਦੇ ਵੇਦਾਂ ਦੀ ਅਨੇਕ ਰਚਨਾਵਾਂ ਨੂੰ ਜਾਣਨ ਵਾਲਾ ਸੀ। ਪੁਰਾਣੇ ਸਮੇਂ ਵਿੱਚ ਬਹੁਤ ਚੰਗੇ ਉੱਤਮ ਬ੍ਰਾਹਮਣ ਦੇ ਕੁੱਲ ਵਿੱਚ ਪੈਦਾ ਹੋਇਆ ਸੀ। ਹੇ ਭੀਰੂ, ਰਾਜਾ ਪਾਪੀ ਸੁੰਦਰ ਅਤੇ ਵਪਾਰੀਆਂ ਤੋਂ ਮੈਂ ਕਾਸ਼ੀ ਵਿੱਚ ਨਿੰਦਿਤ ਅਤੇ ਪ੍ਰਸਿੱਧ ਭਿਅੰਕਰ ਵੱਡੇ ਵੱਡੇ ਪ੍ਰਤੀਗ੍ਰਹਿ ਚੰਡਾਲਾਂ ਤੋਂ ਵੀ ਦਾਨ ਲਏ। ਮੇਰੀ ਮੂਰਖ ਬੁੱਧੀ ਤੋਂ ਹੋਰ ਵੀ ਅਨੇਕ ਤਰ੍ਹਾਂ ਦੇ ਪਾਪ ਹੋਏ। ਹੇ ਬਵਰਣੀ, ਅਮੀ ਮੁਕਤ ਖੇਤਰ ਵਿੱਚ ਅਨੁਨਾਮਤ ਦੀ ਪਾਪ ਕਰਨ ਵਾਲ ਉਹ ਮੇਰੇ ਪਰਬਤ ਦੇ ਸਮਾਨ ਹੋ ਜਾਂਦਾ ਹੈ। ਉਸ ਜਨਮ ਵਿੱਚ ਮੈਂ ਥੋੜਾ ਵੀ ਧਰਮ ਨਹੀਂ ਕੀਤਾ। ਬਹੁਤ ਦਿਨਾਂ ਬਾਅਦ ਉੱਥੇ ਮੇਰੀ ਮੌਤ ਹੋ ਗਈ। ਤੀਰਥ ਵਿੱਚ ਮਰਨ ਨਾਲ ਮੈਂ ਨਰਕ ਵਿੱਚ ਨਹੀਂ ਗਿਆ। ਇਸ ਵਰਜਲੇਪ ਪਾਪ ਤੋਂ ਮੈਂ ਅਤਿਅੰਤ ਕਰੂਰ ਪਾਪਾ ਰਾਖਸ਼ਾ ਹਿਮਾਚਲ ਪਰਬਤ ਉੱਤੇ ਜਨਮਿਆ, ਜਿਸ ਤੋਂ ਪਹਿਲਾਂ 2 ਵਾਰ ਗਿੱਧ ਯੋਨੀ ਵਿੱਚ, 3 ਵਾਰ ਬਰਿਆਗ ਦੇ, 2 ਵਾਰ ਸੱਪ, 1 ਵਾਰ ਉੱਲੂ ਅਤੇ ਇਸ ਦੇ ਬਾਅਦ ਪਿੰਡ ਵਿੱਚ ਸੂਰ ਦੀ ਯੋਨੀ ਵਿੱਚ ਪੈਦਾ ਹੋਇਆ ਸੀ। ਉਸ ਜਨਮ ਤੋਂ ਇਹ ਰਾਖਸ਼ ਦਾ 10ਵਾਂ ਜਨਮ ਹੈ, ਜਿਸ ਨਾਲ 75,000 ਸਾਲ ਬਤੀਤ ਹੋਏ। ਹੇ ਪਿਜ, ਇਸ ਦੁੱਖ ਨਾਲ ਮੇਰਾ ਕਲਿਆਣ ਨਹੀਂ ਹੈ। ਹੇ ਪਰਦਰੇ, ਇਸ ਸਥਾਨ ਨੂੰ 3 ਯੋਜਨ ਤੱਕ ਮੈਂ ਜੰਤੂ ਰਹਿਤ ਕਰ ਦਿੱਤਾ ਹੈ। ਅਪਰਾਧ ਤੋਂ ਰਹਿਤ ਬਹੁਤ ਸਾਰੇ ਪ੍ਰਾਣੀਆਂ ਨੂੰ ਨਸ਼ਟ ਕੀਤਾ। ਇਹਨਾਂ ਕੰਮਾਂ ਦੇ ਨਾਲ ਮੇਰਾ ਚਿੱਤ ਬਰਾਬਰ ਦਹਿਕਦਾ ਹੈ। ਤੇਰੇ ਦਰਸ਼ਨ ਪਾ ਕੇ ਮੇਰੇ ਚਿੱਤ ਵਿੱਚ ਕੁਝ ਸ਼ਾਂਤੀ ਹੋਈ ਹੈ। ਹੁਣ ਮੈਂ ਆਪਣੇ ਦੁੱਖ ਦੇ ਇਹ ਸਾਰੇ ਕਾਰਨ ਤੈਨੂੰ ਕਹੇ। ਹੇ ਸ਼ੁਭੇ, ਇਸ ਦੁੱਖ ਰੂਪੀ ਸਮੁੰਦਰ ਤੋਂ ਮੈਂ ਪਾਰ ਕਿਵੇਂ ਜਾਵਾਂ। ਦੱਤਾਤੇਜ ਜੀ ਬੋਲੇ, ਅਜਿਹਾ ਉਸਦਾ ਬਚਨ ਸੁਣ ਕੇ ਚਿੱਤ ਵਿੱਚ ਦਈਆਂ ਲੈ ਕੇ ਅਤੇ ਧਰਮ ਕਰਮ ਵਿੱਚ ਮਨ ਲਗਾ ਕੇ ਕਾਂਚਨ ਮਾਰਨੀ ਨੇ ਉਸ ਰਾਖਸ਼ ਨੂੰ ਕਿਹਾ, ਹੇ ਰਾਖਸ਼, ਮੈਂ ਦ੍ਰਿੜ ਪ੍ਰਤਿੱਗਿਆ ਕਰ ਲਈ ਹੈ। ਜ਼ਰੂਰ ਹੀ ਤੁਹਾਡੀ ਮੁਕਤੀ ਦੇ ਲਈ ਮੈਂ ਯਤਨ ਕਰਾਂਗੀ। ਮੈਂ ਬਹੁਤ ਮਾਘ ਇਸ਼ਨਾਨ ਕੀਤੇ ਹਨ ਅਤੇ ਬ੍ਰਹਮ ਖੇਤਰ ਪ੍ਰਯਾਗ ਵਿੱਚ ਸ਼ਰਧਾ ਪੂਰਵਕ ਮੈਂ ਜਿੰਨੀ ਵਾਰ ਮਾਘ ਇਸ਼ਨਾਨ ਕੀਤਾ ਹੈ ਉਸ ਧਰਮ ਦੀ ਗਿਣਤੀ, ਹੇ ਰਾਖਸ਼, ਨਹੀਂ ਹੈ। ਮੁਨੀਆਂ ਨੇ ਦੀਨ ਅਤੇ ਦੁਖੀ ਲੋਕਾਂ ਨੂੰ ਵੀ ਦਾਨ ਦੇਣ ਦੀ ਪ੍ਰਸ਼ੰਸਾ ਕੀਤੀ ਹੈ। ਇਸ ਲਈ ਮਾਘ ਮਹੀਨੇ ਵਿੱਚ 1 ਵਾਰ ਇਸ਼ਨਾਨ ਕਰਨ ਦਾ ਦ੍ਰਿੜ ਸੰਕਲਪ, ਹੇ ਮਿੱਤਰ, ਜਲਦੀ ਹੀ ਪਾਪਾਂ ਨੂੰ ਨਸ਼ਟ ਕਰਨ ਵਾਲਾ ਹੈ। ਇਸ ਲਈ ਉਹ ਪੁੰਨ ਮੈਂ ਤੈਨੂੰ ਦਿੰਦੀ ਹਾਂ। ਉਸ ਦੇ ਪ੍ਰਭਾਵ ਨਾਲ ਤੈਨੂੰ ਹੁਣੇ ਸਵਰਗ ਦੀ ਪ੍ਰਾਪਤੀ ਹੋਵੇਗੀ। ਤਦ ਕੱਪੜਿਆਂ ਨੂੰ ਨਿਚੋੜ ਕੇ ਉਸਦੇ ਪਾਣੀ ਨੂੰ
ਕਰ ਕਮਲ ਵਿੱਚ ਲੈ ਕੇ ਉਸਨੇ ਮਾਘ ਇਸ਼ਨਾਨ ਨਾਲ ਪ੍ਰਾਪਤ ਹੋਏ ਪੁੰਨ ਦਾ ਫਲ ਉਸ ਰਾਖਸ਼ ਨੂੰ ਦਿੱਤਾ। ਦੱਤਾਤਰੇయ ਜੀ ਨੇ ਕਿਹਾ, ਹੇ ਰਾਜਨ, ਮਾਘ ਵਿੱਚ ਇਸ਼ਨਾਨ ਕਰਨ ਦੇ ਅਨੋਖੇ ਪ੍ਰਭਾਵ ਨੂੰ ਸੁਣੋ। ਉਸੇ ਪਲ ਪੁੰਨ ਪ੍ਰਾਪਤ ਕਰਕੇ ਉਸ ਰਾਖਸ਼ ਨੇ ਰਾਖਸ਼ੀ ਰੂਪ ਛੱਡ ਦਿੱਤਾ ਅਤੇ ਤੇਜ ਮੱਝਰ ਸੂਰਜ ਦੇ ਸਮਾਨ ਦੇਵਤਾ ਰੂਪ ਹੋ ਗਿਆ। ਆਨੰਦ ਨਾਲ ਅੱਖਾਂ ਨੂੰ ਫੁਲਾ ਕੇ ਦੇਵਤਿਆਂ ਦੇ ਵਿਮਾਨ ਉੱਤੇ ਚੜ੍ਹ ਕੇ ਆਕਾਸ਼ ਵਿੱਚ ਆਪਣੀ ਕ੍ਰਾਂਤੀ ਨਾਲ ਦਿਸ਼ਾਵਾਂ ਨੂੰ ਪ੍ਰਕਾਸ਼ਿਤ ਕਰਦਾ ਹੋਇਆ ਉਹ ਦਵਿਜ ਰੂਪ ਲਈ ਦੂਸਰੇ ਸੂਰਜ ਦੀ ਭਾਂਤੀ ਸੁਸ਼ੋਭਿਤ ਹੋਇਆ ਅਤੇ ਉਸ ਕਾਂਚਨ ਮਾਲਿਨੀ ਦੀ ਪ੍ਰਸ਼ੰਸਾ ਕਰਨ ਲੱਗਾ। ਹੇ ਭਦਰੇ, ਈਸ਼ਵਰ ਜਾਣਦਾ ਹੈ ਕਿ ਤੁਹਾਡੇ ਇਸ ਉਪਕਾਰ ਨਾਲ ਹੀ ਮੇਰਾ ਉद्धार ਹੋਇਆ। ਹੁਣ ਮੇਰੇ ਉੱਤੇ ਦਇਆ ਕਰ ਸਾਰੀਆਂ ਨੀਤੀਆਂ ਨਾਲ ਪੂਰਨ ਸਾਰੇ ਧਰਮਾਂ ਨੂੰ ਕਰਨ ਵਾਲੀ ਸ਼੍ਰੇਸ਼ਟ ਸਿੱਖਿਆ ਮੈਨੂੰ ਦਿਓ, ਜਿਸ ਨਾਲ ਮੈਂ ਭਵਿੱਖ ਵਿੱਚ ਪਾਪ ਨਾ ਕਰਾਂ। ਤੁਹਾਡੀ ਆਗਿਆ ਪਾ ਕੇ ਇਸ ਨੂੰ ਸੁਣ ਕੇ ਮੈਂ ਸਵਰਗ ਨੂੰ ਜਾਵਾਂਗਾ। ਦੱਤਾਤਰੇయ ਜੀ ਨੇ ਕਿਹਾ, ਹੇ ਰਾਜਨ, ਉਸਦੇ ਮਧੁਰ ਬਚਨ ਕਹਿਣ ਉੱਤੇ ਕਾਂਚਨ ਮਾਲਿਨੀ ਨੇ ਬੜੇ ਪ੍ਰੇਮ ਪੂਰਵਕ ਉਸ ਨੂੰ ਧਰਮ ਕਿਹਾ। ਹਮੇਸ਼ਾ ਹਿੰਸਾ ਤਿਆਗ ਕੇ ਧਰਮ ਅਤੇ ਸਾਧੂ ਪੁਰਖਾਂ ਦੀ ਸੇਵਾ ਕਰੋ। ਕਾਮ ਆਦਿ ਦੁਸ਼ਮਣਾਂ ਉੱਤੇ ਜਿੱਤ ਪਾਓ। ਦੂਸਰੇ ਦੇ ਗੁਣ ਔਗੁਣ ਦਾ ਵਰਣਨ ਛੱਡ ਕੇ ਸੱਚ ਬੋਲੋ। ਸ਼ਿਵ ਅਤੇ ਵਾਸੂਦੇਵ ਭਗਵਾਨ ਦੀ ਪੂਜਾ ਕਰੋ। ਸਰੀਰ, ਅਸਥੀ, ਮਾਸ ਅਤੇ ਖੂਨ ਵਿੱਚ ਗਰਭ ਨੂੰ ਤਿਆਗੋ। ਪਤਨੀ, ਪੁੱਤਰ ਆਦਿ ਦੀ ਮਮਤਾ ਤਿਆਗੋ। ਸੰਸਾਰ ਨੂੰ ਦਿਨ ਰਾਤ ਇੱਕ ਪਲ ਮੰਨੋ। ਬੇਰਾਗ ਭਾਵ ਨਾਲ ਮਨ ਲਗਾ ਕੇ ਜੋਗੀ ਬਣੋ। ਸ਼ੀਲ ਮੁਕਤ ਹੋਵੋ। ਰਾਖਸ਼ ਸਰੀਰ ਛੱਡ ਕੇ ਅਤੇ ਦਰੇਵ ਸਰੀਰ ਧਾਰਨ ਕਰਨ ਅਤੇ ਤੇਜਸਵੀ ਹੋ ਕੇ ਜਲਦੀ ਹੀ ਸਵਰਗ ਦੇ ਸੁੱਖ ਨੂੰ ਭੋਗੋ। ਇਸ ਧਰਮ ਪੂਰਨ ਉਪਦੇਸ਼ ਨੂੰ ਸੁਣ ਕੇ ਪ੍ਰਸੰਨ ਚਿੱਤ ਰਾਖਸ਼ ਨੇ ਕਿਹਾ, ਤੁਸੀਂ ਹਰ ਰੋਜ਼ ਪ੍ਰਸੰਨ ਚਿੱਤ ਰਹੋ। ਤੁਹਾਡਾ ਹਮੇਸ਼ਾ ਕਲਿਆਣ ਹੋਵੇ। ਸੂਰਜ ਚੰਦਰ ਦੇ ਸਥਿਤ ਕਾਲ ਤੱਕ ਤੁਸੀਂ ਸ਼ਿਵ ਦੇ ਪਾਸ ਆਨੰਦ ਕਰੋ। ਹੇ ਬਵਰਣੀ, ਉਮਾ ਦੇ ਨਾਲ ਤੁਹਾਡਾ ਅਖੰਡ ਪ੍ਰੇਮ ਬਣਿਆ ਰਹੇ। ਹੇ ਮਾਤਾ, ਤੁਸੀਂ ਹਮੇਸ਼ਾ ਧਰਮ ਨਿਸ਼ਠਾ ਅਤੇ ਤਪਨਿਸ਼ਠਾ ਬਣੀ ਰਹੋ। ਤੁਹਾਡੇ ਸਰੀਰ ਵਿੱਚ ਰੋਗ ਨਾ ਹੋਵੇ। ਦੁਖੀਆਂ ਦੇ ਦੁੱਖ ਨੂੰ ਹਮੇਸ਼ਾ ਨਸ਼ਟ ਕਰੋ। ਦੱਤਾਤਰੇయ ਜੀ ਨੇ ਕਿਹਾ ਕਿ ਇਸ ਤਰ੍ਹਾਂ ਕਹਿ ਕੇ ਅਤੇ ਕਾਂਚਨ ਮਾਲਿਨੀ ਨੂੰ ਨਮਸਕਾਰ ਕਰਕੇ ਉਹ ਰਾਖਸ਼ ਸਵਰਗ ਨੂੰ ਗਿਆ। ਤਦ ਦੇਵ ਕੰਨਿਆਵਾਂ ਨੇ ਉੱਥੇ ਆ ਕੇ ਖੁਸ਼ ਹੋ ਕੇ ਕਾਂਚਨ ਮਾਲਿਨੀ ਦੇ ਸਿਰ ਉੱਪਰ ਫੁੱਲਾਂ ਦੀ ਵਰਖਾ ਕੀਤੀ ਅਤੇ ਉਸ ਨੂੰ ਛਾਤੀ ਨਾਲ ਲਗਾ ਕੇ ਕਿਹਾ, ਹੇ ਭਦਰੇ, ਤੁਸੀਂ ਰਾਖਸ਼ ਦਾ ਬਚਿੱਤਰ ਉद्धार ਕੀਤਾ। ਇਸ ਦੁਸ਼ਟ ਦੇ ਡਰ ਨਾਲ ਕੋਈ ਵੀ ਇਸ ਜੰਗਲ ਵਿੱਚ ਵੜ ਨਹੀਂ ਸਕਦਾ ਸੀ। ਹੁਣ ਅਸੀਂ ਲੋਕ ਨਿਡਰ ਹੋ ਕੇ ਇੱਥੇ ਆਨੰਦਪੂਰਵਕ ਘੁੰਮਾਂਗੇ। ਦੱਤਾਤਰੇయ ਜੀ ਨੇ ਕਿਹਾ, ਹੇ ਰਾਜਨ, ਉਹ ਪਰਉਪਕਾਰਣੀ ਗੰਧਰਵ ਕੰਨਿਆ ਕਾਂਚਨ ਮਾਲਿਨੀ ਉਹਨਾਂ ਦੇ ਵਾਕ ਸੁਣ ਕੇ ਪ੍ਰੇਮ ਪੂਰਵਕ ਇਹਨਾਂ ਦੇ ਨਾਲ ਕੀੜਾ ਕਰਦੀ ਹੋਈ ਸ਼ਿਵ ਦੇ ਸਥਾਨ ਨੂੰ ਗਈ। ਵਰ ਕੰਨਿਆਵਾਂ ਦੇ ਕਹੇ ਇਸ ਸੰਵਾਦ ਨੂੰ ਜਿਹੜਾ ਮਨੁੱਖ ਭਗਤੀ ਪੂਰਵਕ ਸੁਣਦਾ ਹੈ, ਇਸ ਨੂੰ ਰਾਖਸ਼ ਦਾ ਡਰ ਨਹੀਂ ਰਹਿੰਦਾ ਅਤੇ ਉਸਦੀ ਬੁੱਧੀ ਧਰਮ ਵਿੱਚ ਹੁੰਦੀ ਹੈ। ਇੱਦਾਂ ਹੀ ਨਵੀਆਂ ਜਾਣਕਾਰੀਆਂ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ।